सतनाम करता पुरख निरभौ निर्वैर अकाल मूरत अजूनी सैभं गुर प्रसाद। ज्ञान ध्यान किच कर्म ना जाना, नाहिन निर्मल करनी। साध संगत के अंचल लावो, बिखम नदी जाए तरनी। सतनाम वाहेगुरु साहिब जियो। राग सूही छंत महला तीजा, कर दूजा एक ओंकार सतगुर प्रसाद। सुख सोहिलड़ा हर ध्यावो, गुरमुख हर फल पावो। सुख सोहिलड़ा हर ध्यावो, गुरमुख हर फल पावो। गुरमुख फल पावो हर नाम तिहावो। जन्म जन्म के दुख निवारे, बलिहारी गुर अपने विटों। जिन कारज सब सवारे, हर प्रभ कृपा करे हर जापो। सुख फल हर जन पावो, नानक कहे सुनो जन भाई। सुख सोहिलड़ा हर ध्यावो, सुन हर गुण पीने सहज सुभाए। गुरमत सहजे नाम ते आए, जिनको तुर लिखया तिन गुर मिलया। तिन जन्म मरण भव भागा, अंदरों दुरमत दूजी होई। सो जन हर लिव लागा, जिनको कृपा कीनी मेरे स्वामी। तिन अनदिन हर गुण गाए, सुन मन पीने सहज सुभाए। जुग में राम नाम निस्तारा, गुर ते उपजै शब्द विचारा। गुर शब्द विचारा राम नाम प्यारा। जिस कृपा करे सो पाए, सहजे गुण गावै दिन राती। किल बिख सब गवाए, सबको तेरा तू सबना का। हाँ तेरा तू हमारा, जुग में राम नाम निस्तारा। साजन आए उठे कर माही, हर गुण गावै तृप्त अघाही। हर गुण गाए सदा तृप्तासी, फिर भूख न लागै आए। दहन दिस पूज होवै हर जन की, जो हर हर नाम ते आए। नानक हर आपे जोड़ विछोड़े, हर बिन को दूजा नाही। साजन आए उठे कर माही, नानक हर आपे जोड़ विछोड़े। हर बिन को दूजा नाही, साजन आए उठे कर माही। वाहिगुरु जी का खालसा, वाहिगुरु जी की फतेह। जुगो जुग अटल ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ
ਅਪਾਰ ਬਖਸ਼ਿਸ਼ ਸ਼ਾਮ ਸਮੇਂ ਸਾਨੂੰ ਗੁਰੂ ਸ਼ਬਦ ਨਾਲ ਜੁੜਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੈ। ਆਪ ਟੈਲੀਵਿਜ਼ਨ ਰਾਹੀਂ ਜਾਂ ਹੋਰ ਸੋਸ਼ਲ ਮੀਡੀਆ ਚੈਨਲਸ ਰਾਹੀਂ ਗੁਰੂ ਸ਼ਬਦ ਦੀ ਆਭਾ ਨਾਲ ਮੰਡਿਤ ਹੋ ਰਹੇ ਹੋ, ਵਡਭਾਗਤਾ ਹੈ। ਇਹ ਸਮਾਂ ਲੜੀਵਾਰ ਵਿਆਖਿਆ ਦਾ ਹੈ। ਇਸ ਵਿੱਚ ਸੂਹੀ ਰਾਗ ਦੇ ਚੰਤਾਂ ਦੀ ਵਿਚਾਰ ਚੱਲ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਰਿਤ ਕੀਤਾ ਗਿਆ ਪਾਵਨ ਮੁਕਾਮੀ ਬਚਨ, ਜਿਸ ਦੇ 4 ਪਦੇ ਨੇ, ਉਸ ਵਿੱਚੋਂ 3 ਪਹਿਰੇ ਅਸੀਂ ਵਿਚਾਰੇ ਨੇ। ਅੱਜ ਆਖਰੀ ਪਦੇ ਦੀ ਵਿਚਾਰ ਅਸੀਂ ਕਰਾਂਗੇ। ਗੁਰਦੇਵ ਜ਼ਿਕਰ ਕਰ ਰਹੇ ਨੇ, ਸਾਜਨ ਆਏ ਬੁੱਠੇ ਕਰਮਾਹੀ, ਹਰ ਗੁਣ ਗਾਵੇਂ ਤ੍ਰਿਪਤ ਅਗਾਈ। ਸਾਜਨ ਆਏ ਬੁੱਠੇ ਕਰਮਾਹੀ, ਇਹ ਤੇ ਘਰ ਦਾ ਮਤਲਬ ਹਿਰਦਾ ਆ, ਸਾਡੀ ਅੰਤਰੀ ਆਤਮਕ ਦਸ਼ਾ ਜਿਹੜੀ ਉਹਦੀ ਬਾਤ ਹੋ ਰਹੀ ਹੈ। ਸਾਜਨ ਆਏ ਬੁੱਠੇ, ਤਰੁੱਠ ਕੇ ਅਕਾਲ ਪੁਰਖ ਵਾਹਿਗੁਰੂ ਮੇਰੇ ਹਿਰਦੇ ਘਰ ਵਿੱਚ ਆ ਗਿਆ। ਇਹਦੀ ਸਿੰਪਲ ਟਰਾਂਸਲੇਸ਼ਨ ਇਹ ਬਣਦੀ ਹੈ, ਜਿਵੇਂ ਆਪਨੇ ਪਿਛਲੇ ਪਦੇ ਦੀ ਵਿਆਖਿਆ ਦੇ ਦੌਰਾਨ ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਇਹ ਬਾਤ ਸਰਵਨ ਕੀਤੀ ਸੀ ਕਿ ਇਸ ਜਗਤ ਵਿੱਚ ਰਾਮ ਨਾਮ ਨਿਸਤਾਰਾ, ਪ੍ਰਭੂ ਦਾ ਨਾਮ ਨਿਸਤਾਰਾ ਹੈ, ਉਹ ਸਾਡਾ ਉਧਾਰ ਕਰਨ ਵਾਲਾ ਆ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਸਾਜਨ ਆਏ ਬੁੱਠੇ ਕਰਮਾਹੀ, ਸਾਜਨ ਘਰ ਆ ਗਏ। ਇਸ ਨੂੰ ਬੜੇ ਅੱਜ ਦੇ ਮਾਹੌਲ 'ਚ ਅਸੀਂ ਜਿਵੇਂ ਜੀ ਰਹੇ ਹਾਂ, ਵੈਸਟਰਨਾਈਜ਼ ਐਜੂਕੇਸ਼ਨ ਹੈ, ਬਹੁਤ ਸਾਰਾ ਸਾਡੇ ਕੋਲ ਐਕਸਪੋਜ਼ਰ ਆ ਸਾਇੰਟੀਫਿਕ ਸਾਈਡਸ ਤੋਂ, ਡਿਫਰੈਂਟ ਥਿਊਰੀਜ਼ ਵਾਲੇ ਪਾਸਿਓਂ, ਅਤੇ ਹੋਰ ਇਨਫਲੂਐਂਸ ਵੀ ਬਹੁਤ ਜ਼ਿਆਦਾ ਆ ਮੀਡੀਆ ਦਾ, ਹੋਰ ਇਹਨਾਂ ਸਭ ਚੀਜ਼ਾਂ ਦਾ। ਅਤੇ ਸਭ ਦੇ ਵਿੱਚ ਜਿਹੜਾ ਟਰਡੀਸ਼ਨਲ ਢੰਗ ਤਰੀਕਾ ਸੀਗਾ, ਕੋਈ ਭਗਤੀ ਦਾ, ਕੋਈ ਡਿਵੋਸ਼ਨਲ ਪ੍ਰੈਕਟਿਸਿਸ ਦਾ, ਉਹ ਇੱਕ ਲੈਵਲ 'ਤੇ ਵੀ ਲੱਗਦਾ ਹੈ ਕਿ ਕਈ ਵਾਰੀ ਲੋਕਾਂ ਨੂੰ ਅਪੀਲ ਵੀ ਨਹੀਂ ਕਰਦਾ, ਐਂਡ ਪੀਪਲ ਡੋਂਟ ਵਾਂਟ ਟੂ ਗੋ ਦੈਟ ਸਾਈਡ। ਐਂਡ ਇਹਦੇ ਵਿੱਚੋਂ ਕੁਝ ਇਸ ਕਿਸਮ ਦਾ ਫਿਨੋਮੀਨਾ ਵੀ ਆ ਗਿਆ ਕਿ ਵੀ ਆਰ ਏਥੀਇਸਟ, ਵੀ ਡੋਂਟ ਹੈਵ ਐਨੀ ਬਿਲੀਵ ਸਿਸਟਮ। ਇਹ ਤੁਸੀਂ ਆਮ ਨਾਰਮਲ ਵੇ ਨਾਲ ਦੇਖਦੇ ਹੋ। ਜਦੋਂ ਇਹੋ ਜਿਹੀਆਂ ਸਤਰਾਂ ਪੜ੍ਹੀਆਂ ਜਾਂਦੀਆਂ ਨੇ, ਸਾਜਨ ਆਏ ਬੁੱਠੇ ਕਰਮਾਹੀ, ਹਿਰਦੇ ਘਰ ਵਿੱਚ ਸਾਜਨ ਆ ਗਏ। ਸਾਜਨ ਦੀ ਟਰਾਂਸਲੇਸ਼ਨ ਰੱਬ ਕੀਤੀ ਜਾਂਦੀ ਹੈ, ਰੱਬ ਆ ਗਿਆ ਇਸ ਸਭ ਦੇ ਵਿੱਚ। ਅਤੇ ਫਿਰ ਉਹ ਕਈ ਵਾਰੀ ਬੜੇ ਰੈਸ਼ਨਲ ਹੋ ਕੇ ਕਹਿੰਦੇ, ਕਿਵੇਂ ਆ ਗਿਆ ਰੱਬ, ਕਿੱਥੋਂ ਆ ਗਿਆ, ਇਸ ਕਿਸਮ ਦੇ ਨਾਲ। ਦੇਖੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਮਨੁੱਖ ਮਾਤਰ ਨੂੰ, ਐਜ਼ ਏ ਹਿਊਮਨ ਬੀਇੰਗ, ਸਾਨੂੰ ਜਿੱਥੇ ਬਲੈਸਿੰਗਸ ਦਿੰਦੀ ਹੈ, ਅਸੀਸਾਂ ਬਖਸ਼ੀਸ਼ਾਂ, ਮਤਲਬ ਕਿਉਂਕਿ ਸਾਡੇ ਜੀਵਨ ਨੂੰ ਆਨੰਦਮਈ ਬਣਾ ਦਿੰਦੀ, ਬਲਿਸਫੁਲ ਬਣਾ ਦਿੰਦੀ ਹੈ, ਪਰ ਉਹਦਾ ਤਰੀਕਾ ਜਿਹੜਾ ਆ ਉਹ ਹੈ ਥਰੂ ਐਜੂਕੇਸ਼ਨ, ਥਰੂ ਸਿੱਖਿਆਤਮਕ ਪੱਖ ਨਾਲ। ਕਿਉਂਕਿ ਸਿੱਖਿਆ ਗੁਰ ਵਿਚਾਰ, ਸਿੱਖ ਕੇ ਹੀ ਅਸੀਂ ਕੁਝ ਚੀਜ਼ ਲਰਨ ਕਰਕੇ, ਲਰਨਰ ਬਣ ਕੇ ਉਹਦੇ 'ਚੋਂ ਕੁਝ ਗੇਨ ਕਰ ਸਕਦੇ ਹੈਗੇ। ਸੋ ਹੁਣ ਜਿਹੜਾ ਗੁਰੂ ਬਾਬਾ ਜੀ ਨੇ ਸਾਨੂੰ ਚੀਜ਼ ਸਮਝਾਈ ਹੈ ਕਿ ਚੀਜ਼ਾਂ ਨੂੰ ਸਿੱਖੋ, ਜਾਣੋ, ਅਹਿਸਾਸੋ। ਇਸ ਬਾਬਤ ਇਹ ਹੈ ਕਿ ਬੰਦਾ ਬਹੁਤ ਸਿੰਪਲ ਵੇ ਦੇ ਨਾਲ ਪਹਿਲਾਂ ਤਾਂ ਆਪਣੇ ਆਪ ਨੂੰ ਸਮਝੇ, ਹੂ ਐਮ ਆਈ, ਜਿਹਦੀ ਅਕਸਰ ਅਸੀਂ ਗੱਲ ਕਰਦੇ ਹਾਂ। ਜਦੋਂ ਆਪਣੇ ਆਪ ਨੂੰ ਸਮਝੇਗਾ ਤੇ ਸਰਲ ਭਾਵ ਵਿੱਚ ਲਿਆਂਦਾ ਜਾਏ, ਆ ਜਿਹੜਾ ਸਾਡਾ ਫਿਜ਼ੀਕਲ ਸਟਰਕਚਰ ਆ, 5 ਤੱਤਾਂ ਤੋਂ ਬਣਿਆ ਆ, 5 ਐਲੀਮੈਂਟਸ ਨੇ, ਫਿਰ ਡਿਫਰੈਂਟ ਕੈਮੀਕਲਸ ਨੇ, ਫਿਰ ਇਹਦੀ ਬਣਤਰ ਹੈ ਆਪਣੀ ਸਾਰੇ ਦੀ ਸਾਰੇ, ਜਿਹਨੂੰ ਗੁਰੂ ਬਾਬਾ ਜੀ ਦੀ ਬਾਣੀ ਨੇ ਕਿਹਾ ਸੀਗਾ ਕਿ ਜਲ ਕੀ ਭੀਂਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਜਲ ਕੀ ਭੀਂਤ, ਪਾਣੀ ਦੀ ਇੱਕ ਭੀਂਤ, ਦੀਵਾਰ ਖੜੀ ਹੈ, ਵਾਲ, ਅਰਾਊਂਡ 70% ਪਾਣੀ ਇਹਦੇ ਵਿੱਚ। ਇਹ ਦੀਵਾਰ ਜਿਹੜੀ ਹੈ, ਪਾਣੀ ਦਾ ਪੁਤਲਾ ਇਸ ਤਰੀਕੇ ਨਾਲ ਤੁਰਿਆ ਫਿਰਦਾ। ਜਲ ਕੀ ਭੀਂਤ ਪਵਨ ਕਾ ਥੰਬਾ, ਪਵਨ ਕਾ ਥੰਬਾ ਹੁਣ ਇਹ ਹੈ ਕਿ ਇਹਨੂੰ ਥੰਮਿਆ ਕਿੰਨੇ ਹੈ। ਇਹ ਭੀਂਤ ਤੁਰਦੀ ਹੈ, ਭੱਜਦੀ ਹੈ, ਟੱਪਦੀ ਹੈ, ਬੋਲਦੀ ਹੈ। ਕਿਉਂ? ਕਿਉਂਕਿ ਹਵਾ ਚੱਲਦੀ ਹੈ, ਸਵਾਸ। ਪਵਨ ਇਹਨੂੰ ਜੀਵਨ ਦਿੰਦੀ ਹੈ। ਜੇ ਇਸੇ ਤਰੀਕੇ ਨੂੰ ਹੀ ਬੰਦਾ ਬੜੇ ਇੱਕ ਕਾਮਨ ਸੈਂਸ ਦੇ ਨਾਲ ਆਪਣੇ ਆਪ ਨੂੰ ਸਮਝਾਏ ਵੀ ਕਿਆ ਕੁਦਰਤੀ ਖੇਡ ਹੈ,
ਪਾਣੀ ਹੈ, ਹਵਾ ਦੀ ਮਦਦ ਦੇ ਨਾਲ ਭੱਜ ਰਿਹਾ, ਨੱਠ ਰਿਹਾ, ਟੱਪ ਰਿਹਾ। ਮੈਟਾਫੋਰਿਕ ਵੇ ਨਾਲ ਬਾਤ ਕੀਤੀ, ਪਰ ਇਹਦੇ ਚੋਂ ਇੱਕ ਐਸੀ ਚੀਜ਼ ਸਮਝ ਆਏਗੀ, ਕੁਝ ਹੈ ਜਿਹੜੀ ਇਹਦੇ ਵਿੱਚ ਚੀਜ਼ ਰਵਣ ਕਰਦੀ ਹੈ। ਜੇ ਆਪਾਂ ਅੱਜ ਦੇ ਆਇਨਸਟਾਈਨ ਨੂੰ, ਖਾਸ ਕਰਕੇ ਸਟੀਫਨ ਹਾਕਿੰਗਸ ਨੂੰ ਪੜ੍ਹਦੇ ਹਾਂ, ਤੇ ਜਦੋਂ ਗੋਡਲੀ ਪਾਰਟੀਕਲਸ ਦੀ ਗੱਲ ਕਰਦਾ ਆ, ਉਹ ਜਦੋਂ ਗੱਲ ਕਹਿੰਦਾ ਹੈ ਕਿ ਜਿਹੜੀ ਲਾਈਫ ਆ, ਇਸ ਨੂੰ ਹੈਪਨ ਹੋਣ ਵਾਸਤੇ ਸਪੋਰਟ ਤੇ ਇਹੀ ਤੱਤ ਕਰਦੇ ਨੇ, ਪਰ ਇਹਨਾਂ ਸਪੋਰਟ ਕਰਨ ਵਾਲੇ ਤੱਤਾਂ ਦੇ ਵਿੱਚ ਕੁਝ ਖਾਸ ਐਲੀਮੈਂਟਸ ਨੇ ਜਿਹੜੇ ਅਜੇ ਬਿਯੋਂਡ ਐਕਸਪਲੇਨੇਸ਼ਨ ਨੇ, ਪਰ ਉਹ ਵਰਤਦੇ ਨੇ, ਉਹ ਰਵਣ ਕਰਦੇ ਨੇ, ਉਸ ਤਰੀਕੇ ਨਾਲ ਹੋ ਰਹੇ ਨੇ। ਸੋ ਇਹ ਸਾਰੀ ਚੀਜ਼ ਨੂੰ ਜਦੋਂ ਅਸੀਂ ਦੇਖੀਏ ਤੇ ਹਕੀਕਤ ਇਹ ਹੈ, ਗੁਰੂ ਬਾਬਾ ਜਿਵੇਂ ਬਿਆਨ ਕਰਦੇ, ਬੰਦਾ ਵਿਸਮਾ ਦੇ ਚਲਾ ਜਾਂਦਾ, ਅਮੇਜ਼ਡ ਹੋ ਜਾਂਦਾ, ਵਾਓ ਇਹ ਤੇ ਹੈ ਤੇ ਕਮਾਲ ਆ। ਇੱਥੋਂ ਸਾਡੀ ਗੁਰਬਾਣੀ ਦੇ ਮੁਤਾਬਿਕ ਸਪਿਰਿਚੁਅਲ ਜਰਨੀ ਸ਼ੁਰੂ ਹੁੰਦੀ ਹੈ। ਇਹ ਸਿੱਖਿਆਤਮਕ ਪੱਖ ਵਿੱਚ ਵੀ ਹੈ, ਬਲੀਵ ਦੇ ਨਾਲ ਵੀ ਆ ਜਾਂਦੀ। ਫਿਰ ਇੱਥੇ ਗੁਰੂ ਬਾਬਾ ਜੀ ਕਹਿੰਦੇ, ਜਲ ਕੀ ਭੀਂਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਰਕਤ ਦੀਆਂ ਜਿਹੜੀਆਂ ਬੂੰਦਾਂ ਵਗੈਰਾ ਲੱਗੀਆਂ ਨੇ, ਹੱਡ ਮਾਸ ਵਗੈਰਾ, ਇਹ ਗਾਰਾ ਆ, ਇਹ ਮਿੱਟੀ ਆ। ਇਹ ਸਾਰੇ ਨੂੰ ਜੋੜ ਕੇ ਬੈਠੀ ਹੈ ਇਸ ਰੂਪ ਦੇ ਵਿੱਚ। ਹਾਰਡ ਮਾਸ ਨਾਰੀ ਕੋ ਪਿੰਜਰ, ਹੱਡੀਆਂ ਦਾ, ਮਾਸ ਦਾ ਇੱਕ ਪਿੰਜਰਾ ਆ। ਪੰਖੀ ਬਸੈ ਵਿਚਾਰਾ, ਉਹਦੇ ਵਿੱਚ ਇੱਕ ਪੰਖੀ ਜੀਵਾਤਮਾ, ਇੱਕ ਜੀਵਨ ਵਸ ਰਿਹਾ ਹੈ, ਜਿਹੜਾ ਤੜਕ ਰਿਹਾ ਹੈ। ਜੇ ਫਿਜ਼ੀਕਲ ਸਟਰਕਚਰ ਤੇ ਬੰਦਾ ਧਿਆਨ ਦੇਏਗਾ ਤਾਂ ਦੇਖੇਗਾ, ਹਾਂ ਗੱਲ ਤੇ ਠੀਕ ਹੈ, ਖਾਧੀ ਹੋਈ ਰੋਟੀ ਲਹੂ ਬਣ ਜਾਂਦੀ ਹੈ, ਪਰ ਉਹ ਰੋਟੀ ਕਿੱਥੋਂ ਆ ਰਹੀ ਹੈ? ਮਿੱਟੀ ਵਿੱਚੋਂ। ਪੀਤਾ ਹੋਇਆ ਪਾਣੀ ਜੀਵਨ ਬਣ ਜਾਂਦਾ, ਪਰ ਪਾਣੀ ਬਾਹਰ ਮਿੱਟੀ ਦੇ ਸੋਰਸ ਵਿੱਚ ਹੀ ਪਿਆ, ਉਹਦੇ ਚੋਂ ਆ ਰਿਹਾ ਸਾਰਾ। ਇਹ ਸਭ ਚੀਜ਼ਾਂ ਇਸ ਤਰੀਕੇ ਨਾਲ ਬੰਦਾ ਜੋ ਸੋਚਣਾ ਸ਼ੁਰੂ ਕਰ ਦਿੰਦਾ ਹੈ, ਉਹਦੀ ਜ਼ਹਿਨੀਅਤ ਕੁਝ ਪਿਓਰ, ਕੁਝ ਪਾਕ, ਕੁਝ ਸਾਫ਼ ਹੁੰਦੀ ਹੈ। ਇਹ ਜਿਹੜੀ ਸੋਚ, ਖਿਆਲ, ਵਿਚਾਰ ਆ, ਉਹਦੀ ਸਟੇਟ ਆਫ ਮਾਈਂਡ ਨੂੰ ਨੈਕਸਟ ਲੈਵਲ ਤੇ ਲੈ ਆਉਂਦਾ। ਇੱਥੇ ਲੱਗਦਾ ਹੈ ਮੈਂ ਨਹੀਂ ਰਿਹਾ, ਮੇਰੇ ਅੰਦਰ ਕੁਝ ਹੋਰ ਆ ਗਿਆ ਹੈ। ਉਹ ਜਿਹੜਾ ਸਾਜਨ ਆਉਣਾ ਆ, ਜਨ ਸਜਨ ਬਣ ਗਿਆ, ਚੰਗੇਰਾ ਬਣ ਗਿਆ, ਖਿਆਲਾਂ ਦੀ ਇੱਕ ਚੰਗੀ ਪ੍ਰਵਾਜ਼ ਭਰਨੀ ਸ਼ੁਰੂ ਹੋ ਗਈ ਹੈ ਸੁਰਤ ਵਿੱਚ। ਇਹ ਹੈ ਐਕਚੁਅਲ ਲੈਵਲ ਤੇ ਮਨੁੱਖ ਦੀ ਤਬਦੀਲੀ। ਅਦਰਵਾਈਜ਼ ਬਾਹਰੋਂ ਬੰਦੇ ਨੂੰ ਤੁਸੀਂ ਥੋੜ੍ਹਾ ਬਹੁਤਾ ਤਬਦੀਲ ਕਰੋਗੇ, ਕਿਵੇਂ ਕਰੋਗੇ? ਡਰਾ ਕੇ ਕਰੋਗੇ। ਲੋਕੀ ਧਰਮ ਦੇ ਖੇਤਰ 'ਚ ਵੀ ਲੋਕੀ ਡਰਾ ਦਿੰਦੇ ਨੇ, ਦੇਖੀ ਜੇ ਤੂੰ ਆਹ ਚੀਜ਼ਾਂ ਨਾ ਮੰਨੀਆਂ ਨਾ, ਤੈਨੂੰ ਪਾਪ ਲੱਗੇਗਾ, ਤੈਨੂੰ ਰੱਬ ਦਾ ਸਰਾਪ ਲੱਗੇਗਾ। ਇਹ ਸਭ ਚੀਜ਼ਾਂ ਠੀਕ ਆ, ਪਰ ਉਹਦੇ ਨਾਲ ਕੋਈ ਇਨਰ ਕਨੈਕਸ਼ਨ ਨਹੀਂ ਹੈਗਾ, ਕੋਈ ਬਲਿਸਫੁਲ ਇੰਜੋਏਮੈਂਟ ਜਿਹੜੀ ਹੈਗੀ ਉਹ ਨਹੀਂ ਹੈ। ਉਹ ਤਾਂ ਜਸਟ ਬੰਦਾ ਕਰ ਰਿਹਾ, ਜਿਵੇਂ ਘਰਾਂ ਥਾਵਾਂ ਤੋਂ ਟਰੈਡੀਸ਼ਨਲ ਪ੍ਰੈਕਟਿਸਿਸ ਅਸੀਂ ਕਈ ਵਾਰੀ ਕਰਦੇ ਹਾਂ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਆਪਣੋ ਕਰਮ ਕੁਲਾ ਧਰਮ ਸਭ ਕੋ ਕਰੈ। ਜਿਹੜਾ ਕੁੱਲ ਵਿੱਚ ਕੋਈ ਧਰਮ ਕਰਮ ਸੀਗਾ ਉਹ ਸਾਰੇ ਕਰੀ ਜਾਂਦੇ ਨੇ, ਜਿਵੇਂ ਬਾਪ ਕਰਦਾ ਸੀ, ਦਾਦਾ ਕਰਦਾ ਸੀ, ਦਾਦੀ ਨਾਨੀ ਜਿਹਨੇ ਸਿਖਾਇਆ। ਕੀਪ ਐਕਚੁਅਲੀ ਪੀਪਲ ਟਰਾਈ ਟੂ ਕੀਪ ਦੋਜ਼ ਕਾਈਂਡ ਆਫ ਐਕਸਰਸਾਈਜ਼ਸ। ਪਰ ਜਿਹੜਾ ਅਸਲ ਧਰਮ ਆ ਉਹ ਤੇ ਹੈ ਕੋਈ ਅੰਦਰੋਂ ਸਮਝ ਵਿੱਚੋਂ ਉਜਾਗਰ ਹੋਏ, ਸੁਰਤ ਵਿੱਚੋਂ ਉਜਾਗਰ ਹੋਏ। ਜਿਹੜੀ ਉਹ ਚੀਜ਼ ਆ ਉਹ ਫਿਰ ਇੱਕ ਬੜੀ ਬਲਿਸਫੁਲ ਲੈਵਲ ਦੀ, ਇੱਕ ਬੜੀ ਖੁਸ਼ੀ ਵਾਲੀ, ਖੁਸ਼ਨੁਮਾ ਹਾਲਾਤ ਬੰਦੇ ਦੀ ਸੁਰਤ ਨੂੰ ਦਿੰਦੀ ਹੈ। ਇਹਦਾ ਅੱਜ ਕੱਲ੍ਹ ਤੇ ਕਾਫੀ ਜ਼ਿਆਦਾ ਤੁਹਾਨੂੰ ਬੁੱਕਸ ਵੀ ਮਿਲ ਜਾਂਦੀਆਂ ਨੇ, ਭਾਵੇਂ ਮਾਈਂਡਫੁਲਨੈਸ ਰਿਲੇਟਿਡ ਨੇ, ਭਾਵੇਂ ਮੈਡੀਟੇਸ਼ਨ ਰਿਲੇਟਿਡ ਨੇ, ਸਭ ਇਸ ਤਰੀਕੇ ਨਾਲ ਚੀਜ਼ਾਂ ਕੁਝ ਨਾ ਕੁਝ ਲੋਕੀ ਟਰਾਈ ਕਰਦੇ। ਪਰ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਜਦੋਂ ਉਸ ਅਵਸਥਾ 'ਚ ਬੰਦਾ ਉਸ ਸਟੇਟ ਆਫ ਮਾਈਂਡ ਨੂੰ ਪ੍ਰਾਪਤ ਕਰਦਾ ਆ, ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਨਹੀਂ ਗਾ। ਅਸਲ 'ਚ ਇਹਨੂੰ ਅਸੀਂ ਬਾਣੀ 'ਚ ਇਸ ਤਰ੍ਹਾਂ ਪੜ੍ਹਦੇ ਹਾਂ, ਸੁਨ ਸਖੀ ਜਿਉ ਮੈਂ ਪਿਓ ਬਸੈ, ਪਿਓ ਮੈਂ ਬਸੈ ਕੇ ਜਿਉ। ਹੇ ਸਤਸੰਗੀ ਸਖੀ, ਮੇਰੀ ਜਿੰਦ ਉਹ ਹੋ ਗਿਆ ਜਾਂ ਉਹ ਮੇਰੀ ਜਿੰਦ 'ਚ ਆ ਕੇ ਵਸ ਗਿਆ। ਆਈ ਹੈਵ ਨੋ ਆਈਡੀਆ। ਸੁਨ ਸਖੀ ਜਿਉ ਮੈਂ ਪਿਓ ਬਸੈ, ਪਿਓ ਮੈਂ ਬਸੈ ਕਿ ਜਿਉ। ਜਿਉ ਪਿਓ ਬੂਝੈ ਨਾਹੀ, ਘਟ ਮੈਂ ਜਿਉ ਕੇ ਪਿਓ। ਇਹ ਸਾਜਨ ਆਏ ਉਠੇ ਘਰ ਮਾਹੀ। ਹੁਣ ਸਾਜਨ ਆ ਗਏ, ਸੁਰਤ ਉਸ ਲੈਵਲ ਤੇ ਚਲੀ ਗਈ ਜਿੱਥੇ ਮੈਂ ਅੰਗੇਜ ਕਰ ਲਿਆ ਆਪਣੇ ਆਪ ਨੂੰ ਉਸ ਵਿਸਮਾਦਤ ਰੰਗ ਦੇ ਨਾਲ। ਫਿਰ ਕਰਤਾਰ ਤੇ ਕਰਤਾਰ ਦੀ ਕੁਦਰਤ ਦੀ ਖੇਡ ਵੱਖਰੇ ਤਰੀਕੇ ਨਾਲ ਬੰਦਾ ਪਰਸੀਵ ਕਰਦਾ, ਉਹਨੂੰ ਅਡਾਪਟ ਕਰਦਾ ਤੇ ਉਹਨੂੰ ਪ੍ਰੈਕਟਿਸ ਕਰਦਾ। ਇਹ ਚੀਜ਼ ਗੁਰੂ ਬਾਬਾ ਜੀ ਕਹਿੰਦੇ ਫਿਰ
ਬੰਦੇ ਨੂੰ ਖੁਸ਼ਨੁਮਾ ਅਹਿਸਾਸ ਵਿੱਚ ਲੈ ਜਾਂਦੀ ਹੈ। ਇਹਦੇ ਨਾਲ ਅਗਲੀ ਪੰਕਤੀ ਜੋੜਦੇ ਹਾਂ, ਬਾਤ ਹੋਰ ਸਰਲ ਹੋਏਗੀ। ਸਾਜਨ ਆਏ ਉਠੇ ਕਰਮਾਹੀ, ਹਰ ਗੁਣ ਗਾਵੇਂ ਤ੍ਰਿਪਤ ਅਘਾਈ। ਹਰ ਗੁਣ ਗਾਵੇਂ, ਹਰੀ ਦਾ ਗੁਣਗਾਨ ਕਰਦੇ ਤੇ ਉਹਦੇ ਵਿੱਚੋਂ ਤ੍ਰਿਪਤੀ, ਕੰਟੈਂਟਮੈਂਟ, ਕੰਪਲੀਟ ਸੈਟਿਸਫੈਕਸ਼ਨ ਉਹਦੀ ਪ੍ਰਾਪਤੀ ਹੁੰਦੀ। ਇੱਕ ਦੋ ਮੈਟਾਫੋਰ ਬਾਣੀ 'ਚ ਹੋਰ ਦੇ ਦਿੰਦਾ ਮੈਂ, ਕਿਉਂਕਿ ਫਿਲੋਸਫੀਕਲ ਸਾਈਡ ਨੂੰ ਮੈਟਾਫੋਰਸ ਦੇ ਨਾਲ ਸਮਝਣਾ ਈਜ਼ੀ ਹੋ ਜਾਂਦਾ ਹੈ। ਭਗਤ ਫਰੀਦ ਜੀ ਦੇ ਅਸੀਂ ਕਈ ਵਾਰੀ ਬਚਨਾਂ ਨੂੰ ਪੜ੍ਹਦੇ ਹਾਂ। ਫਰੀਦਾ ਸਾਹਿਬ ਦੀ ਕਰ ਚਾਕਰੀ, ਮਨ ਦੀ ਲਾਏ ਭਰਾਂਤ, ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜ਼ੇਰਾਂਤ। ਬਹੁਤ ਉਮਦਾ ਮੈਟਾਫੋਰ ਦਿੱਤਾ ਪਿਓਰ ਪੰਜਾਬੀ ਦੇ ਵਿੱਚ। ਕਿਆ ਫਰੀਦਾ ਸਾਹਿਬ ਦੀ ਕਰ ਚਾਕਰੀ, ਚਾਕਰ ਹੋ ਜਾ ਤੇ ਹੋ ਜਾ ਸਾਹਿਬ ਦਾ। ਸਾਹਿਬ ਜੋ ਨਿਰਗੁਣ ਰੂਪ ਅਦ੍ਰਿਸ਼, ਜਿਹੜਾ ਦਿਸਦਾ ਨਹੀਂ ਪਰ ਹੈ, ਉਹਦੀ ਬਾਤ ਹੋ ਰਹੀ ਹੈ ਇਹਦੇ 'ਚ। ਉਸ ਸਾਹਿਬ ਦੀ ਸੇਵਾ 'ਚ ਲੱਗ ਜਾ। ਸਿੱਖੀ ਦਾ ਕਨਸੈਪਟ ਮਨੁੱਖਤਾ ਤੇ ਮਾਨਵਤਾ ਦੀ ਸੇਵਾ ਹੈ। ਇਹਦੇ ਨਾਲ ਨੋ ਡਾਊਟ ਸਾਡਾ ਇਤਿਹਾਸ ਵਾਰੀਅਰਸ ਦਾ ਇਤਿਹਾਸ ਹੈ। ਸਾਡਾ ਪੂਰਾ ਪੂਰਾ ਜਿਹੜਾ ਪਿਛਲਾ ਸੰਘਰਸ਼, ਇਹ ਸਭ ਚੀਜ਼ਾਂ ਨਾਲ ਨਾਲ ਚੱਲਦੀਆਂ ਰਹੀਆਂ ਨੇ। ਐਟ ਪ੍ਰੈਜ਼ੈਂਟ ਸਾਡੀ ਭਾਰਤੀ ਖਿੱਤੇ 'ਚ ਕਿਰਸਾਨੀ ਦਾ ਇੱਕ ਸਟਰਗਲ ਚੱਲ ਰਹੀ ਹੈ। ਤੁਸੀਂ ਸਭ ਵਾਕਫ ਰੱਖਦੇ ਹੋ ਉਹਦੇ ਨਾਲ। ਜਿੱਥੇ ਜਿੱਥੇ ਵੀ ਡਾਇਸਪੋਰਾ 'ਚ ਸਿੱਖ ਬੈਠਾ, ਪੰਜਾਬੀ ਬੈਠਾ, ਉਹ ਇਹਦੇ ਨਾਲ ਅਟੈਚਡ ਹੈਗਾ। ਫਿਰ ਉਹਦੇ 'ਚ ਡਿਫਰੈਂਟ ਫੇਸਿਸ ਆ ਰਹੇ ਨੇ। ਹੁਣ ਜਿਹੜਾ ਫੇਸ ਆਇਆ ਉਹ ਵੀ ਸਾਡੇ ਸਾਹਮਣੇ ਹੈ ਕਿ ਡੈਡ ਲੌਕ ਵਾਲੀ ਸਿਚੁਏਸ਼ਨ ਬਣਾਈ ਹੈ ਸਭ ਕੁਛ। ਅਤੇ ਹੁਣ ਉਹ ਮੈਂ ਬੀਤੇ ਕੱਲ੍ਹ ਹੀ ਬਾਤ ਕਰ ਰਿਹਾ ਸੀਗਾ ਕਿ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਉਹ ਸ਼ੁਰੂ ਹੋ ਚੁੱਕੀ ਆਲਰੇਡੀ। ਦੇ ਆਰ ਡੂਇੰਗ ਆਲ ਦੈਟ ਉਸ ਤਰੀਕੇ ਨਾਲ। ਅਤੇ ਇਹ ਕੋਈ ਨਵੀਂ ਗੱਲ ਨਹੀਂ, ਇਹ ਪਹਿਲਾਂ ਹੀ ਪ੍ਰੈਪਰੇਸ਼ਨ ਇਹਦੀ ਹੋਣੀ ਚਾਹੀਦੀ ਸੀ ਅਤੇ ਸ਼ਾਇਦ ਹੋਏਗੀ ਵੀ, ਮੈਨੂੰ ਤਾਂ ਅਹਿਸਾਸ ਨਹੀਂ। ਪਰ ਇਸ ਚੀਜ਼ ਇਹ ਨਾਲ ਹੀ ਚੱਲੇਗੀ। ਇਹਦੇ ਵਿੱਚ ਜਿਹੜਾ ਕਰਜ ਦਾ ਰੰਗ ਹੈ, ਜਿਹੜਾ ਦਲੇਰੀ ਦਾ ਰੰਗ ਹੈ, ਇਹ ਕਿਸੇ ਹੁੱਲੜਬਾਜ਼ੀ 'ਚੋਂ ਨਹੀਂ ਨਿਕਲਦਾ। ਇਹ ਨਿਕਲਦਾ ਆ ਬੜੇ ਇੱਕ ਡੀਪ ਲੈਵਲ ਦੇ ਸੈਲਫ ਐਨਾਲਿਸਿਸ ਦੇ ਵਿੱਚੋਂ। ਗੁਰੂ ਅਰਜਨ ਸਾਹਿਬ ਨੂੰ ਅਸੀਂ ਆਪਣਾ ਰੋਲ ਮਾਡਲ ਮੰਨਦੇ ਹਾਂ ਅਤੇ ਗੁਰੂ ਅਰਜਨ ਸਾਹਿਬ ਨੇ ਬਿਆਨ ਜੇ ਉਹਨਾਂ ਦੇ ਜੀਵਨ ਨੂੰ ਵੇਖੀਏ ਤਾਂ ਉਹਨਾਂ ਦੀ ਸਾਰੀ ਸ਼ਹਾਦਤ ਇਹ ਦੱਸਦੀ ਹੈ ਕਿ ਸਬਰ ਦੇ ਨਾਲ ਜਬਰ ਨੂੰ ਹਰਾਉਣਾ। ਇਹ ਰਾਹ ਥੋੜ੍ਹਾ ਲੰਮਾ ਲੱਗਦਾ ਹੈ, ਪਰ ਇਸ ਲੰਮੇ ਰਾਹ ਦੇ ਵਿੱਚ ਪ੍ਰਾਪਤੀ ਪੱਕੀ ਹੈ। ਕੁਦਰਤ ਸਾਰੀ ਨਵਾਜਣ ਲਈ ਤਿਆਰ ਹੋ ਜਾਏਗੀ ਜੋ ਤੁਸੀਂ, ਕਿਉਂਕਿ ਜਿਵੇਂ ਧਰਤੀ ਹੈ, ਧਰਤੀ ਸਬਰ ਸਿਖਾ ਰਹੀ ਹੈ। ਗੁਰਬਾਣੀ ਸਾਰੀ ਸਬਰ ਦੀ ਗੱਲ ਕਰਦੀ ਹੈ। ਆਪਾਂ ਪਿਛਲੇ ਰੋਜ਼ ਜਾਂ ਪਿਛਲੇ ਰੋਜ਼ ਵੀ ਬਾਤ ਕੀਤੀ ਸੀ ਕਿ ਜਪਜੀ ਸਾਹਿਬ ਪੜ੍ਹਦੇ ਹਾਂ ਜਦੋਂ ਅਖੀਰ 'ਚ ਆਉਂਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਸੁਨਿਆਰ ਵਰਗਾ ਧੀਰਜ। ਜਿੱਥੇ ਇੱਕ ਚੋਟ ਮਾਰਿਆ ਕੰਮ ਚੱਲ ਜਾਂਦਾ, ਉੱਥੇ ਵੀ 100 ਮਾਰਨੀਆਂ ਨੇ, ਹੌਲੀ 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 ਹੌਲੀ, ਸਟੈਪ ਬਾਏ ਸਟੈਪ, ਪ੍ਰੋਸੈਸ ਦੇ ਵਿੱਚੋਂ ਲੰਘ ਕੇ। ਸੋ ਇਹ ਚੀਜ਼ਾਂ ਨੇ, ਧੀਰਜ ਦਾ ਪੱਲਾ ਨਾ ਛੱਡਣਾ। ਸਾਹਿਬ ਦੀ ਚਾਕਰੀ, ਸਾਹਿਬ ਨਾਂ ਹੈ ਗੁਣਾਂ ਦਾ ਗੁਰਬਾਣੀ ਦੇ ਮੁਤਾਬਕ। ਤੇ ਜੇ ਉਸ ਗੁਣਾਂ ਦੀ ਚਾਕਰੀ ਹੈ ਤੇ ਫਿਰ ਇਹ ਹੈ ਮਨ ਦੀ ਲਾਹੇ ਭਰਾਂਤ। ਕਿਸੇ ਕਿਸਮ ਦੀ ਮਨ ਦੀ ਭ੍ਰਾਂਤੀ ਜਿਹੜੀ ਹੈ, ਕਨਫਿਊਜ਼ਨ ਜਿਹੜੀ ਹੈ, ਉਹ ਲਾ ਦਿੱਤੀ ਜਾਏ। ਪੱਕਾ ਸੋਲਿਡ ਟਰੈਕਟ ਅਡੋਪਟ ਕਰ ਲਿਆ ਜਾਏ। ਬੰਦਾ ਸਵੇਰੇ ਉੱਠ ਕੇ ਬਾਣੀ ਪੜ੍ਹੇ, ਅਰਦਾਸ ਕਰੇ, ਸਿਰ ਸੱਟ ਕੇ ਜੋ ਆਪਣਾ ਕਰਮ ਨਿਸ਼ਚਿਤ ਹੈ ਉਹਦੇ 'ਚ ਲੱਗ ਜਾਏ। ਉਸ ਕਰਮ ਨੂੰ ਜੋ ਅਹਿਦ ਕੀਤਾ ਆ ਉਹਨੂੰ ਫੁੱਲਫਿਲ ਕਰਨਾ ਹੈ, ਬਸ ਇੰਨਾ ਹੀ ਬਹੁਤ ਹੈ। ਤੇ ਗੁਰਬਾਣੀ ਸਾਨੂੰ ਅਹਿਦ ਦੇ ਰਹੀ ਹੈ, ਨਾ ਬੇਨਿਆਈ ਕਰਨੀ ਹੈ, ਨਾ ਬੇਨਿਆਈ ਸਹਿਣੀ ਹੈ। ਤੇ ਉਹਦੇ ਲਈ ਜੋ ਤਰੀਕੇਕਾਰਤਾ ਆ ਉਹ ਮਨੁੱਖਵਾਦੀ ਹੈ। ਜੋ ਜਿਸ ਤਰੀਕੇ ਨਾਲ ਉਹਨਾਂ ਨੇ ਸੰਘਰਸ਼ ਵਿੱਢਿਆ, ਸਭ ਇਸ ਨੂੰ ਐਜ਼ ਇਟ ਇਜ਼ ਹੀ ਕੀਪ ਔਨ ਕਰਨਾ, ਵਿਵੇਕ ਦਾ ਪੱਲਾ ਨਾ ਛੱਡਣਾ। ਇਹ ਚੀਜ਼ ਬੜੀ ਜ਼ਰੂਰੀ ਹੈ, ਆਪਣੇ ਨਾਲ ਉਸ ਤਰੀਕੇ ਨਾਲ ਰੱਖਣਾ। ਹਾਂ, ਜਿਵੇਂ ਜਿਵੇਂ ਬੰਦਾ ਕਿਉਂ ਕਾਲਾ ਹੁੰਦਾ, ਜਦੋਂ ਕਾਲਾ ਪੈਂਦਾ ਕਿਉਂਕਿ ਮੈਂ ਕੋਈ ਬਹੁਤ ਵਧੀਆ ਫਰੂਟਫੁਲ, ਮੈਂ ਹਾਲਾਂਕਿ ਅਰਦਾਸ ਸਾਡੀ ਕਹਿੰਦੇ ਕੋਈ ਫਰੂਟਫੁਲ ਰਿਜ਼ਲਟ ਨਿਕਲੇ, ਪਰ ਬੰਦਾ ਦਾਨੇ ਲੋਕਾਂ ਨੇ ਬਚਨ ਕਿਹਾ ਵੀ ਹੋਪ ਫॉर ਬੈਸਟ ਬਟ ਰੈਡੀ ਫॉर ਵਰਸ ਵਾਸਤੇ ਰੈਡੀ ਰਹੋ। ਇਹ ਨਿਜ਼ਾਮਤ ਹੈ ਕੁਦਰਤ ਦੀ। ਇਹਦੇ 'ਚ
ਜਦੋਂ ਕਿਤੇ ਹੱਕ ਸੱਚ ਦੀ ਬਾਤ ਆਉਂਦੀ ਹੈ ਉਦੋਂ ਧੱਕੇਸ਼ਾਹੀ ਆਪਣਾ ਜ਼ੋਰ ਪਾਉਂਦੀ ਹੈ, ਕੂੜ ਆਪਣਾ ਰੰਗ ਵਿਖਾਉਂਦਾ ਹੈ। ਮੱਸਿਆ ਦੀ ਕਾਲੀ ਬੋਲੀ ਰਾਤ ਕਈ ਵਾਰੀ ਵਧੀ ਫੈਲਦੀ ਲੱਗਦੀ ਹੈ। ਪਰ ਜਿਹੜਾ ਟੈਸਟ ਆ ਉਹ ਸਿਰਫ ਸਬਰ ਦਾ ਆ। ਭ੍ਰਾਂਤੀ ਹੁੰਦੀ ਹੈ ਕਨਫਿਊਜ਼ਨ, ਘਬਰਾਹਟ। ਉਹਦੇ ਵਿੱਚੋਂ ਇੱਕ ਦੂਜੇ ਦੇ ਪ੍ਰਤੀ ਬੇਵਸਾਹੀ ਪੈਦਾ ਹੁੰਦੀ ਹੈ, ਇੱਕ ਦੂਜੇ ਦੇ ਪ੍ਰਤੀ ਮਨ ਵਿੱਚ ਖਟਾਸ ਪੈਦਾ ਹੁੰਦੀ ਹੈ, ਇੱਕ ਦੂਜੇ ਨੂੰ ਜਿਹੜਾ ਆ ਬਰਦਾਸ਼ਤ ਨਾ ਕਰਨ ਦੀ ਬਾਤ ਪੈਦਾ ਹੁੰਦੀ ਹੈ। ਜੇ ਉਹ ਚੀਜ਼ ਨਾ ਆਵੇ, ਉਹ ਭਾਵੇਂ ਲੀਡਰਸ਼ਿਪ ਆ, ਭਾਵੇਂ ਕਮਿਊਨਿਟੀ ਹੈ, ਭਾਵੇਂ ਉਹ ਕਿਸੇ ਤਰੀਕੇ ਦੇ ਨਾਲ, ਤੇ ਜਿਹੜਾ ਉਹਨਾਂ ਨੇ ਇੱਕ ਦੂਜੇ ਦੀ ਸਪੋਰਟ ਵੀ ਕਰਨੀ ਹੈ, ਉਹ ਸਪੋਰਟ ਕੋਈ ਇਹ ਨਹੀਂ ਕਿ ਕਿਸੇ ਤਰੀਕੇ ਦੇ ਨਾਲ ਕੋਈ ਬਹੁਤ ਜ਼ਿਆਦਾ ਫਿਜ਼ੀਕਲੀ ਇੰਗੇਜ ਹੋ ਕੇ ਸਾਰਾ ਕੁਝ ਨਾ ਪਾਈ। ਇੱਕ ਦੂਜੇ ਦੀ ਗੱਲ ਨੂੰ ਸੁਣਨਾ, ਸੁਣ ਕੇ ਪ੍ਰੋਸੈਸ ਕਰਨਾ, ਤੇ ਕਈ ਵਾਰ ਇੱਕ ਐਸੀ ਆਵਾਜ਼ ਦੇ ਵਿੱਚ ਆਵਾਜ਼ ਰਲਾਣੀ ਜਿਹੜੀ ਆਵਾਜ਼ ਨੂੰ ਸ਼ਾਇਦ ਅੰਤਰ ਅਜੇ ਤੇ ਉਸ ਲੈਵਲ ਤੇ ਐਕਸੈਪਟ ਨਹੀਂ ਕਰ ਰਿਹਾ, ਪਰ ਕਿਉਂਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਦੂਚਿੱਤੀ ਦੇ ਰੰਗ ਚੋਂ ਬਾਹਰ ਨਿਕਲਣਾ, ਇਹ ਵੀ ਸੇਵਾ ਆ। ਜਿਹੜਾ ਜਥਾ ਤੇ ਜਥੇਬੰਦੀ ਦਾ ਕਨਸੈਪਟ ਆ, ਇਹਦੇ ਵਿੱਚੋਂ ਨਿਕਲਿਆ ਆ। ਤੇ ਜਿੱਥੇ ਲੋਕ ਇਸ ਕਨਸੈਪਟ ਨੂੰ ਨਹੀਂ ਸਮਝਦੇ, ਫਿਰ ਕਰਤਾਰੀ ਕੁਦਰਤ ਦਾ ਰੰਗ ਆ। ਜਿਵੇਂ ਤੁਸੀਂ ਕਿਸੇ ਆਪਣੀਆਂ ਕਮਜ਼ੋਰੀਆਂ, ਆਪਣੀਆਂ ਵੀਕਨੈਸਿਸ 'ਤੇ ਕੰਮ ਕਰਨ ਤੋਂ ਬਿਨਾਂ ਆਪਣੀ ਤਿਆਰੀ ਕੀਤੀ ਨਹੀਂ, ਆਪਣੇ ਆਪ ਨੂੰ ਪ੍ਰਪੇਅਰ ਕੀਤਾ ਨਹੀਂ, ਤੇ ਅਖਾੜੇ 'ਚ ਉਤਰ ਗਏ। ਜਦੋਂ ਅਖਾੜੇ 'ਚ ਉਤਰ ਗਏ ਤੇ ਜਿਹੜੀ ਸਾਹਮਣੇ ਵਾਲੀ ਧਿਰ ਆ ਉਹ ਤੇ ਬੜੀ ਪ੍ਰਪੇਅਰ, ਬੜੀ ਵੈਲ ਜਿਹੜੀ ਹੈ ਸਟੈਬਲਿਸ਼ ਹੋ ਕੇ ਪੂਰਾ ਜਿਹੜਾ ਹੈਗਾ ਆਪਣਾ ਵਰਕਆਊਟ ਕਰਕੇ ਆਈ ਹੈ। ਫਿਰ ਭਾਈ ਸੱਟਾਂ ਲੱਗਣਗੀਆਂ ਬਹੁਤ ਬੁਰੀ ਤਰ੍ਹਾਂ। ਫਿਰ ਇਹ ਸੱਚਾਈ ਹੈ। ਫਿਰ ਉਹ, ਕਿਉਂਕਿ ਇਹਦਾ ਮਾਇਨਾ ਹੀ ਇਹ ਨਿਕਲਦਾ ਇਸ ਰੂਪ ਦੇ ਵਿੱਚ। ਸੋ ਇਹ ਵੀ ਹੈ ਕਿ ਹੁਣ ਜਿਹੜਾ ਸਮਾਂ ਆ, ਜਿਵੇਂ ਹੁਣ ਅਸੀਂ ਦੇਖਦੇ ਹੈਗੇ ਆ, ਜਿਵੇਂ ਬਚਨ ਨੇ ਕਿਹਾ, ਫਰੀਦਾ ਸਾਹਿਬ ਦੀ ਕਰ ਚਾਕਰੀ, ਇਹਨੂੰ ਚਾਕਰੀ ਸਾਹਿਬ ਦੀ ਮੰਨ ਕੇ ਚੱਲਿਆ ਜਾਏ। ਕਿਉਂਕਿ ਸਾਡੇ ਤੇ ਬਚਨ ਕਿਹਾ ਗਿਆ ਨਾ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਧਰਤੀ ਨੂੰ ਤੇ ਮਾਂ ਦਾ ਹੀ ਦਰਜਾ ਦੇ ਦਿੱਤਾ ਕਿ ਧਰਤ ਮਾਂ ਦੀ ਸੇਵਾ। ਧਰਤ ਮਾਂ ਦੇ ਉੱਤੇ ਜਿਹੜੇ ਮਨੁੱਖ ਬੰਦੇ ਨੇ, ਵੱਡਾ ਮੁਹਾਜ, ਕਿਰਤ ਤੇ ਕਿਰਤੀਆਂ ਨੂੰ ਬਚਾਉਣਾ। ਗੁਰੂ ਸਾਹਿਬ ਤੇ ਆਪ ਕਰਤਾਰਪੁਰ ਵਸਾਇਆ, ਹਲ ਵਾਹੁਣੇ ਸਿਖਾਏ, ਕਿਰਸਾਨੀ ਜੀਵਨ ਵਿੱਚੋਂ ਬੇਗਾਰੀ ਘਟਾ ਦਿੱਤੀ, ਮਲਕੀਅਤ ਦੇ ਦਿੱਤੀ, ਕਿਰਤ ਦੀ ਆਜ਼ਾਦੀ ਦੇ ਦਿੱਤੀ। ਸੋ ਸੇਮ ਹੀ ਸਟਰਗਲ ਹੈ ਆਲਮੋਸਟ ਉਸੇ ਲੈਵਲ ਤੇ। ਖੈਰ, ਜਿਹੜੀ ਬੇਨਤੀ ਹੋਣ ਲੱਗੀ ਸੀਗੀ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ ਮਨ ਦੀ ਲਾਏ ਪ੍ਰਾਂਤ, ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜ਼ਿਰਾਂਦ। ਹੁਣ ਜਿਹੜੀ ਦਰਵੇਸ਼ਗੀ ਲੋੜੀਂਦੀ ਹੈ, ਜੇ ਮਤਲਬ ਤੂੰ ਚਾਹਨਾ ਕਿ ਮੈਂ ਕੁਝ ਆਲਾ ਲੈਵਲ ਤੇ ਜਾਵਾਂ, ਤੇ ਫਿਰ ਰੁੱਖਾਂ ਦੀ ਜ਼ਿਰਾਂਦ, ਰੁੱਖਾਂ ਵਰਗੀ ਆਪਣੀ ਜਿਹੜੀ ਹੈ ਜਾਂਚ ਸਿੱਖ ਲੈ। ਰੁੱਖਾਂ ਵਰਗੀ ਜਾਂਚ ਅਕਸਰ ਬਾਤ ਹੁੰਦੀ ਹੈ ਸਾਇੰਟੀਫਿਕ ਸਾਈਡ ਤੋਂ ਸਾਡੇ ਕੋਲ ਹੁਣ, ਤੇ ਹਰ ਚੀਜ਼ ਦੀ ਜਿਹੜੀ ਹੈ ਸਟੱਡੀ ਮੌਜੂਦ ਆ, ਹਰ ਚੀਜ਼ ਬਾਰੇ ਡਾਟਾ ਮੌਜੂਦ ਆ। ਦਰਖਤਾਂ ਬਾਰੇ ਕਿਹਾ ਜਾਂਦਾ ਹੈ ਕਿ ਦਰਖਤ ਨੂੰ ਤੁਸੀਂ ਜਿੰਨੀ ਖੁਰਾਕ ਪਾਉਂਦੇ ਹੋ, ਜਿੰਨਾ ਪਾਣੀ ਪਾਉਂਦੇ ਹੋ, ਉਸ ਸਾਰੇ ਦਾ ਉਹ ਆਪਣੀ ਹੋਂਦ ਨੂੰ ਬਣਾਉਣ ਵਾਸਤੇ, ਆਪਣੇ ਆਪ ਨੂੰ ਉੱਚਾ ਚੁੱਕਣ ਵਾਸਤੇ, ਆਪਣੇ ਆਪ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਸਿਰਫ 1% ਯੂਜ਼ ਕਰਦਾ। ਬਾਕੀ 99% ਜਿਹੜਾ ਆ ਉਹ ਪੇ ਬੈਕ ਕਰਦਾ ਹੈ, ਗਿਵ ਬੈਕ ਕਰਦਾ, ਗਿਵ ਅਵੇ ਕਰਦਾ, ਦਿੰਦਾ ਆ ਵਾਪਸ। ਉਹ ਭਾਵੇਂ ਆਕਸੀਜਨ ਦੀ ਸ਼ਕਲ ਵਿੱਚ ਹੈ, ਭਾਵੇਂ ਉਹ ਪੱਤੇ, ਫੁੱਲ, ਫਲ ਇਹਦੀ ਸ਼ਕਲ 'ਚ ਉਸ ਤਰੀਕੇ ਨਾਲ ਵਾਪਸ ਦੇ ਰਿਹਾ। ਐਗਜ਼ੈਕਟਲੀ ਇਹੋ ਚੀਜ਼ ਆ ਆਪਣੇ ਆਪ ਨੂੰ ਮਿਟਾ ਦੇਣਾ, ਆਪਣੀ ਹਸਤੀ ਨੂੰ ਮਿਟਾ ਦੇਣਾ। ਤੇ ਇੱਥੇ ਜਿੰਨਾ ਅਸੀਂ ਇਹਦੇ ਬਾਰੇ ਪ੍ਰਪੇਅਰ ਹੋਵਾਂਗੇ, ਸਾਜਨ ਆਏ ਉਠੇ ਕਰਮਾਂ ਹੀ। ਜਦੋਂ ਮੇਰੇ ਹਿਰਦੇ ਦੇ ਵਿੱਚ ਮੈਂ ਤੇ ਹੈ ਨਹੀਂਗਾ, ਮੇਰੀ ਹੋਂਦ ਤੇ ਮੁੱਕ ਗਈ, ਮੈਂ ਤੇ ਆਪਣੀ ਲਾਲਚ, ਸਵਾਰਥ, ਹਵਸ ਇਹਨੂੰ ਘਟਾ ਲਿਆ। ਹੁਣ ਉਹ ਆ ਕੇ ਬਹਿਣ ਲੱਗ ਗਿਆ ਜਿਹੜਾ ਸਾਰੇ ਯੂਨੀਵਰਸ ਦਾ ਮਾਲਕ ਹੈ। ਇੱਕ ਯੂਨੀਵਰਸਲ ਆਈਡੈਂਟੀਟੀ ਬੰਦੇ 'ਚ ਆਉਣੀ ਹੋਊਗੀ ਸ਼ੁਰੂ, ਇੱਕ ਯੂਨੀਵਰਸਲ ਬੀਇੰਗ। ਇਹ ਐਕਚੁਅਲੀ ਪ੍ਰਾਪਤੀ ਹੈ। ਇੱਥੇ ਗੁਰੂ ਬਾਬਾ ਜੀ ਨੇ ਕਿਹਾ ਹੈ, ਸਾਜਨ ਆਏ ਉਠੇ ਕਰਮਾਹੀ, ਹਰ ਗੁਣ ਗਾਵੇਂ। ਫਿਰ ਇਹੋ ਜਿਹੀ ਜਿਹੜੀ ਸੁਰਤ ਬਿਰਤ ਹੈ, ਹਰੀ ਦਾ ਗੁਣਗਾਨ ਕਰਦੀ ਹੈ, ਸਿਫਤ ਸਲਾਹ ਕਰਤਾਰ ਦੀ, ਬੰਦੇ ਦੀ ਕੀ ਵਡਿਆਈ,
ਤੇ ਬੰਦਿਆਂ ਦੀਆਂ ਵਡਿਆਈਆਂ ਦੇ ਪਿੱਛੇ ਕੀ ਚੱਲਣਾ, ਇਹਦਾ ਧਿਆਨ ਰੱਖਿਆ ਜਾਏ। ਕਿਤੇ ਵੀ ਦਮਗਜੇ ਨਾ ਛੱਡੇ ਜਾਣ, ਨਾ ਆਪਣੇ ਵੱਲੋਂ ਨਾ ਆਪਣੇ ਆਲੇ ਦੁਆਲੇ ਵੱਲੋਂ। ਹਾਂ, ਜਿਹਦੀ ਸਤੁਤੀ ਹੈ ਉਹ ਕਰਤਾਰ ਹੈ, ਉਹੀ ਕਰਨ ਕਰਾਉਣ ਵਾਲਾ ਹੈ। ਭਰੋਸਾ ਉਹਦੇ ਤੇ ਰੱਖਦਿਆਂ ਹੋਇਆਂ ਸਿਰ ਸੱਟ ਕੇ, ਜਿਹਨੂੰ ਸਾਹਿਬ ਗੁਰੂ ਅਰਜਨ ਸਾਹਿਬ ਨੇ ਕਿਹਾ, ਗੁਰੂ ਅਮਰਦਾਸ ਸਾਹਿਬ ਦੇ ਅਸੀਂ ਬਚਨਾਂ 'ਚ ਪੜ੍ਹਦੇ ਹਾਂ ਕਿ ਹਸਤੀ ਸਿਰਜਿਓ ਅੰਕੁਸ਼ ਹੈ, ਹਾਥੀ ਜਿੰਨੀ ਮਰਜ਼ੀ ਤਾਕਤ ਆ ਜਾਏ, ਅੰਕੁਸ਼ ਵਿੱਚ ਰਹਿਣਾ, ਡਿਸਿਪਲਿਨ ਵਿੱਚ ਰਹਿਣਾ। ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਡਿਸਿਪਲਿਨਰੀ ਅਪਰੋਚ ਆ ਉਹਨੂੰ ਕਿਸੇ ਤਰੀਕੇ ਨਾਲ ਅਵੋਇਡ ਨਹੀਂ ਕਰਨਾ। ਨੋ ਵੇ, ਬਿਲਕੁਲ ਉਸੇ ਟਰੈਕ ਨੂੰ ਫੋਲੋ ਕਰਨਾ। ਕਿਹਾ ਕਿ ਹਸਤੀ ਸਿਰਜਿਓ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ। ਉਹ ਵੀ ਹੁੰਦਾ ਸਿਰ ਸੱਟ ਕੇ, ਮਨ ਤਨ ਆਗੈ ਰਾਖ ਕੈ। ਆਪਾਂ ਏਡਾ ਵੱਡਾ ਗੁਰਮਤ ਦਾ ਸਾਡੇ ਕੋਲ ਵਿਚਾਰਧਾਰਾ ਆ ਗੁਰਮਤ ਦੀ, ਤੇ ਏਡੀ ਵੱਡੀ ਜੀਵਨ ਜਾਚ ਆ, ਤੇ ਫਿਰ ਏਡੀ ਕਮਾਲ ਦੀ ਤਵਾਰੀਖ ਹੈ। ਜਿਹਨਾਂ ਦੋਨਾਂ ਨੂੰ ਮਿਕਸ ਕਰਕੇ ਇੱਕ ਲੈਵਲ ਤੇ ਤੁਰੇ ਚੱਲੀਏ, ਜਿਹਨੂੰ ਅਸੀਂ ਕਹਿੰਦੇ ਵੀ ਹਰ ਮੈਦਾਨ ਫਤਿਹ, ਉਹ ਹੋਏਗੀ, ਉਹ ਪੱਕੀ ਬਾਤ ਹੈ। ਉਹ ਕਿਹਾ ਗਿਆ ਸੀਗਾ ਸੂਫੀਆਂ ਦੇ ਰੰਗ ਨੇ, ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ, ਜਿਨ੍ਹਾਂ ਨੇ ਹਿੰਮਤ ਦੇ ਨਾਲ, ਤੇ ਹਿੰਮਤ ਸਿਰਫ ਬਾਹਰ ਝਗੜਨ ਦੀ ਇਕੱਲੀ ਨਹੀਂ ਹੁੰਦੀ, ਆਪਣੇ ਆਪ ਨਾਲ ਝਗੜਨਾ, ਅੰਦਰ ਨਾਲ ਝਗੜਨਾ। ਕਿਉਂਕਿ ਅੰਦਰੋਂ ਜਿਹੜਾ ਆ ਉਹ ਲਾਲਚ ਵੀ ਆਏਗਾ, ਫਰਸਟ੍ਰੇਸ਼ਨ, ਜਿਹਦੇ ਵਿੱਚੋਂ ਘਬਰਾਹਟ, ਕਾਲਾਪਨ, ਬਹੁਤ ਕੁਝ ਜਨਮ ਲੈਂਦਾ ਹੈ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਜਿਹਦੇ ਹਿਰਦੇ 'ਚ ਸਾਜਨ ਆ ਗਏ, ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਆ ਗਿਆ, ਮੈਂ ਮੇਰੀ ਦਾ ਅਹਿਸਾਸ ਘਟਿਆ, ਖਤਮ ਹੋਇਆ। ਹਰ ਗੁਣ ਗਾਵੈ ਤ੍ਰਿਪਤ ਅਘਾਈ, ਹਰੀ ਦਾ ਗੁਣਗਾਨ ਕਰਦੇ ਤ੍ਰਿਪਤ ਤੇ ਆਘਾ ਕੇ, ਅੰਦਰੋਂ ਭਰ ਕੇ ਉਸ ਰੂਪ 'ਚ ਬਾਤ ਆ ਗਈ। ਫਿਰ ਕਿਹਾ ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੁੱਖ ਨਾ ਲੱਗਾ ਆਏ, ਫਿਰ ਭੁੱਖ ਨਾ ਲੱਗਾ ਆਏ। ਭੁੱਖ ਇਹ ਇਸ ਤਰੀਕੇ ਨਾਲ ਹੈਗੀ ਹੈ ਕਿ ਪਦਾਰਥਕ ਭੁੱਖ ਜਿਹੜੀ ਹੈ, ਪਦਾਰਥਕ ਲੋੜ ਜਿਹੜੀ ਹੈ, ਜਿਵੇਂ ਸਾਡੇ ਘਰ ਦੇਗ ਤੇਗ ਫਤਿਹ ਹੈ, ਦੇਗ ਸਰਬ ਸਾਂਝੀ ਹੈ, ਸਾਰੀ ਸ੍ਰਿਸ਼ਟੀ ਦਾ ਜ਼ਰਰਾ ਜ਼ਰਰਾ ਦੇਗ ਹੈ ਤੇ ਸਭ ਦਾ ਹੈ। ਇਹਦੇ 'ਚ ਕੋਈ ਵੱਧ ਘੱਟ ਕਰੇਗਾ ਗੜਬੜ ਹੋਏਗੀ। ਇਸ ਨੂੰ ਸਭ ਨੂੰ ਸਾਂਝੇ ਵੰਡਣ ਵਾਸਤੇ ਦੇ ਉੱਤੇ ਤੇਗ ਚਾਹੀਦੀ ਹੈ। ਤੇਗ ਰੂਲ ਆਫ ਲਾ ਆ, ਤੇਗ ਪ੍ਰੋਪਰ ਕਿਹਾ ਜਾਏ ਕਿ ਜਿਹੜੀ ਲਾ ਐਨਫੋਰਸਮੈਂਟ ਦਾ ਕੌਨਸੈਪਟ ਆ, ਜਿਹੜਾ ਵੰਡਣ ਦਾ ਕੌਨਸੈਪਟ ਆ, ਰੂਲਿੰਗ ਦਾ ਕੌਨਸੈਪਟ ਆ, ਉਸ ਤਰੀਕੇ ਨਾਲ ਹੋਏ। ਪਰ ਹੁਣ ਕੀ, ਜਿਸ ਲੈਵਲ 'ਤੇ ਅਸੀਂ ਦੇਖਦੇ ਹਾਂ ਕਿ ਦੇਗ ਲਈ ਗੁਰੂ ਬਾਬਾ ਜੀ ਨੇ ਜਿਨ੍ਹਾਂ ਤੋਂ ਦੇਗ ਖੋਈ ਜਾ ਰਹੀ ਸੀ, ਉਹਨਾਂ ਨੂੰ ਖੜਿਆ ਕੀਤਾ, ਭਈ ਦੇਗ ਤੇ ਤੁਹਾਡਾ ਹੱਕ ਬਣਦਾ, ਆਪਣੀ ਦੇਗ ਦਾ। ਮਤਲਬ ਬੰਦਾ ਕਹੇਗਾ ਇਹ ਤੇ ਫਿਰ ਗੱਲ ਹੋ ਗਈ ਕਿ ਲਾਲਚ ਹੈ, ਸਵਾਰਥ ਹੈ। ਭਈ ਗੱਲ ਇਹ ਨਹੀਂ, ਸਵਾਰਥ ਤੇ ਲਾਲਚ ਦੇਖੋ ਕੀ ਹੈ, ਭੁੱਖ ਕੀ ਹੈ। ਭੁੱਖ ਮਨੁੱਖ ਦੇ ਵਿੱਚ ਵੱਡੇ ਲੈਵਲ ਤੇ ਭੁੱਖ ਹੈ ਆਪਣੀ ਹੋਂਦ ਨੂੰ ਜਤਾਉਣ ਦੀ, ਅਹੰਕਾਰ, ਈਗੋ, ਪ੍ਰਭਤਾ। ਬੰਦਾ ਆਪਣੀ ਜੈ ਜੈਕਾਰ, ਆਪਣੇ ਵਡੱਪਨ, ਆਪਣੇ ਵੱਡੋਂ ਦੀ ਭੱਲ ਦੇ ਵਿੱਚ ਜਦੋਂ ਅੱਗੇ ਵੱਧਦਾ ਆ, ਆਪਣਾ ਵੀ ਨੁਕਸਾਨ ਕਰਦਾ, ਦੂਜਿਆਂ ਦਾ ਵੀ। ਇਸ ਲਈ ਇਸ ਚੀਜ਼ ਤੋਂ ਆਪਣੇ ਆਪ ਨੂੰ ਬਾਹਰ ਰੱਖਣਾ। ਗੁਰੂ ਸਾਹਿਬ ਤੇ ਆਪ ਵੱਡੀ ਤੋਂ ਵੱਡੀ ਪ੍ਰਾਪਤੀ ਕਰਦੇ। ਅਸੀਂ ਲਿਟਰੇਚਰ ਇਹ ਪੜ੍ਹਦੇ ਹਾਂ ਕਿ ਜੇ ਕੋਈ ਕਹਿੰਦਾ ਵੀ ਕਿ ਮਹਾਰਾਜ ਤੁਸੀਂ ਇਹਨਾਂ ਗਰੀਬਿਆਂ ਨੂੰ, ਗਰੀਬੜਿਆਂ ਨੂੰ, ਅਦਨਿਆਂ ਨੂੰ, ਇਹਨਾਂ ਨੂੰ ਸਿਰਦਾਰ ਬਣਾ ਦਿੱਤਾ, ਇਹਨਾਂ ਨੂੰ ਤੁਸੀਂ ਮਲਕੀਤਾਂ ਬਖਸ਼ ਦਿੱਤੀਆਂ, ਇਹਨਾਂ ਨੂੰ ਇੱਜ਼ਤ ਬਖਸ਼ ਦਿੱਤੀ, ਤੇ ਸਾਨੂੰ ਲਿਟਰੇਚਰ ਇਹ ਬਿਆਨ ਕਰਦਾ ਕਿ ਆਵਾਜ਼ ਇਹ ਆਈ ਸੀ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਤੇ ਬਲਕਿ ਇਹ ਮੰਨਣ ਵਾਲਿਆਂ ਦਾ, ਸਰਾਹ ਤੇ ਤੁਰਨ ਵਾਲਿਆਂ ਦਾ ਤਰਸ ਆ ਮੇਰੇ ਉੱਤੇ। ਮਤਲਬ ਇਹ ਅਖੀਰ ਜਿਹੜਾ ਜਨ ਮੁਹਾਜ ਆ, ਜਿਹੜੀ ਇੰਪਾਵਰਮੈਂਟ ਆ, ਉਹਨਾਂ ਨੂੰ ਦਿੱਤੀ ਜਾਏ, ਉਹਨਾਂ ਦੇ ਹੱਥ 'ਚ ਰਹੇ। ਲੋਕ ਮੁਹਾਜ ਨੂੰ ਇਸ ਤਰੀਕੇ ਨਾਲ, ਤੇ ਇਹ ਕੱਲਾ ਸਿਰਫ ਇੱਕ ਨਹੀਂ, ਸਮੁੱਚੇ ਮਨੁੱਖਾਂ ਨੂੰ, ਸਭ ਨੂੰ ਨਾਲ ਲੈ ਕੇ ਚੱਲਣ ਦੀ ਬਾਤ ਜਿਹੜੀ ਹੈ ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ।
जे बंदा हरि दा गुणगान अंदरों करे, इस लैवल ते साजन आए उठे करम आए, उस निर्गुण रूप रब नूं सब विच वेखे, तो वेखद्यां वेखद्यां अंदरों मैं दी भुख मुक जाए, हर गुण गाए सदा तृप्तासी, फिर भुख ना लगे आए, फिर लोड़ भी नहीं रह जाती। फिर इत्थे जाके बात आउंदी है कि भाई जिहड़ा आ वडप्पन किनू मिलना, वड्डों किनू मिलनी है। भाई वड्डों की लड़ाई नहीं, लड़ाई हक्कां दी है, लड़ाई इत्थे मनुखता दी है, लड़ाई इत्थे कूड़ नूं हरा के सच नूं जेतू करन दी है। ये चीज बिल्कुल क्रिस्टल क्लीयर, जिन्नी क्लीयर रहेगी तो कुदरत बेअंत आ। जिन्हां दी सुरत च ये बात क्लीयर है, जिन्हां दे अमल विचों ये बात रिफ्लैक्ट करती है, वो धरती ते कल भी जेतू सी, वो अज भी जेतू ने, आउंदे कल भी जेतू होणगे। हाँ, समा उहदे अगे पिछे लगदा उस तरीके दे नाल। अगला बचन है महाराज ने, दहन दिस पूज होवै हर जन की, जो हर हर नाम ते आए। बाकी भाई दहन दिस पूज होवै हर जन की, दसां दिशावां दे विच उहदी फिर पूजा हो जाती, जय जयकार हो जाती है। ये है कि नो डाउट पहले लैवल ते जय जयकार की भुख नहीं, पर जिथे भुख नहीं, जिथे इस चीज़ की मंग नहीं, क्योंकि जिवें अमेरिका कहा जाते हैं, कहते हैं कि देयर इज एक्चुअली फार्मूला ऑफ डबल डी मतलब 2D का कोई फार्मूला कहते हैं। वो कहते हैं कि सम पीपल डिमांड बट दे नैवर डिजर्व। जदों किसी चीज़ इत्थे डिमांड का मतलब है कि बंदा स्पैसीफिकली इज्जत की मंग जो करता समाज विच, आले दुआले विच, परिवार विच, मैनू मैनू तुसीं वड्डियां कहो, मेरी गल मनो, मेरी गल सुनो। वो कहते नहीं कल्ले इहदे नाल गल नहीं बनती, इहदे लई तुहानूं डिजर्व करना, एक डिजर्विंग लैवल ते होना। कुदरत उदों नवाजदी है जो तुसीं उस लैवल ते आ जांदे हो। तो ये अपने आप नूं उस रोल विच लैके जाना पैंदा है। जो तुसीं उस रोल लई तैयार हो गए, फिर कुदरत आप नवाजन लई आ जाती, तुहानूं कोई रोक भी नहीं सकता। ये बारे बड़ियां मसालां दित्तियां जांदियां ने। कहंदे ने कि देखो एक छोटा जिहा बूटा आ, वो धरती ते लाया जाता है, वो मौसमां दी मार, हवावां दे थपेड़े, बहुत कुछ सहिंदा आ, धुप गर्मी सब। अखीर करदियां करदियां एक लैवल ऐसा हुंदा आ कि उन्होंने फल पै जाता है। जो फल पै जाता है, उहदी राखी लई माली आ बैठदा आ, उसनूं उहदे वल अखां झात देखिया जाता है, वार वार निहारिया जाता है, उहदे फल खा के उहदी वडियाई कीती जाती है। एग्जैक्टली इसे चीज़ मैं रुखां दी ज़ीरान जिहड़ी बात कर रहा सीगा कि इत्थों चीज़ सीखी जाए। जिन्ना अपने आपे तो उपर उठ के उस अकाल पुरख वाहिगुरू दे शुक्र विच, ते शुक्र नूं फिर एक्सरसाइज करदिया होया सेवा विच, ते सेवा दे कॉन्सैप्ट दे विच भी कोई लालसा नहीं, कोई जिन्हों कहा सीगा सेवा करत होत निकामी, सेवा करत होए निकामी तिसको होत प्राप्त स्वामी। जिन्हों निष्काम भाव का रंग आ गया, फिर स्वामी मिल गया आके। इंज कह लो कि रब आके बैठ गया, तो रब आके बैठे लोग कहते किस्मत नहीं, किस्मत माड़ी है भाई। कहते किस्मत रब लिखदा आ। जिन्हां दी उस स्वामी नाल बने आई, उन्हां दी किस्मत उन्हें अपने हत्थां नाल लिख दित्ती, उन्होंने आप उन्हें नवाज दिता, उन्होंने आप उन्हें हर तरीके दे नाल जिहड़ी है वो बख्शिश नवाजिश कर दी। सो साहब जिक्र कर दे कि भाई दहन दिस पूज होवै हर जन की, उहदी पूजा हो गई, उन्होंने फिर उहदी जय जयकार हो गई, उन्होंने माण मिलिया उस तरीके दे नाल जो हर हर नाम ते आए। पर गल उत्थे मुकनी आ कि जिहड़ा हरी नाम नूं ते आउंदा, जिहदी बात हो रही सीगी कि जुग मैं राम नाम निस्तारा, जिन्हें इस चीज़ नूं पकड़िया या साजन आए उठे करमाही, जिहदी अपनी सुरत उस तरीके नाल सजन हो गई, उस करतार दे रंग च आ गई। नानक हरे आपे जोड़ विछोड़े, हर बिन को दूजा नाई। हरे आपे जोड़ विछोड़े, देखा गया कि हनेरा ते चानण इक्को समय इकट्ठे नहीं रह सकते। कहते ने हनेरे की परिभाषा ही है कि चानण की अनहोंद का नाम हनेरा है। जिथे रोशनी आ जाएगी उत्थे हनेरा नहीं होएगा। जे समुचे यूनीवर्स को देखिए तो समुचे यूनीवर्स के विच जिहड़ी रोशनी है कंपैरेटिव लैवल ते डार्कनैस ते हनेरे दे बहुत घट है।
ਜਿੱਥੇ ਰੌਸ਼ਨੀ ਹੈ ਉੱਥੇ એનર્ਜੀ ਹੈ, ਉੱਥੇ ਇਕੱਲੀ એનર્ਜੀ ਨਹੀਂ ਗੀ, ਉੱਥੇ ਹੋਰ ਵੀ ਬਹੁਤ ਕੁਝ ਉਹਦੇ ਨਾਲ ਰਿਲੇਟ ਕਰ ਜਾਂਦਾ ਹੈ। ਜਿਵੇਂ ਜਿਵੇਂ ਆਪ ਦੇਖਦੇ ਹੋ ਇਸ ਚੀਜ਼ ਨੂੰ, ਫਿਰ ਮੈਟਾਫੋਰਿਕ ਵੇ ਤੋਂ ਜੇ ਅਸੀਂ ਜੀਵਨ ਵਿੱਚ ਲੈ ਆਈਏ ਤੇ ਉਹਦੇ 'ਚ ਇਹ ਹੈ ਕਿ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਜਾਂ ਹਨੇਰਾ ਰਹੇਗਾ ਜਾਂ ਚਾਨਣ ਰਹੇਗਾ, ਜਾਂ ਸਜਣ ਦਾ ਮਿਲਾਪ ਰਹੇਗਾ ਜਾਂ ਉਹਦੇ ਤੋਂ ਦੂਰੀ ਰਹੇਗੀ। ਬੰਦੇ ਨੂੰ ਆਈਦਰ ਨਿਰੰਕਾਰ ਉਹਦੀ ਸੁਰਤ 'ਚ ਆ ਸਕਦਾ ਹੈ ਜਾਂ ਵਕਾਰ। ਵਕਾਰ ਜੀਵਨ ਦੀ ਬਰਬਾਦੀ ਹੈ, ਵਕਾਰ ਵੀਕਨੈਸ ਹੈ, ਵਕਾਰ ਕਮਜ਼ੋਰੀ ਹੈ, ਵਕਾਰ ਖਾਮੀ ਹੈ। ਬੰਦੇ ਨੇ ਸਿਮਰਨ ਭਜਨ ਬੰਦਗੀ ਇਸੇ ਕਰਕੇ ਕਰਨੀ ਹੈ, ਵਕਾਰ ਨਾ ਰਹਿਣ, ਨਿਰੰਕਾਰ ਆ ਜਾਏ, ਅਕਾਲ ਪੁਰਖ ਵਾਹਿਗੁਰੂ ਦਾ ਪੈ ਭਾਵ ਆ ਜਾਏ, ਵਿਸ਼ਵਾਸ ਆ ਜਾਏ। ਮਨਾ ਜੇ ਤੂੰ ਮੇਰੇ ਨਾਲ, ਸ਼ਬਦ ਪੜ੍ਹਦੇ ਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ। ਫਿਰ ਮੁਛੰਦਗੀ ਕਾਹਦੀ ਹੈ, ਫਿਰ ਕੋਈ ਘਬਰਾਹਟ ਨਹੀਂ। ਤੇ ਜਿੱਥੇ ਮਨ ਡੋਲ ਗਿਆ ਵੀ ਉਹ ਮੈਂ ਤੇ ਇਕੱਲਾ ਪੈ ਗਿਆ, ਮੈਨੂੰ ਤੇ ਫਲਾਣੇ ਦਾ ਸਾਥ ਨਹੀਂ ਮਿਲਿਆ, ਫਲਾਣਾ ਡਰ, ਫਿਰ ਇਹਦੇ 'ਚ ਲਾਲਸਾ ਵੀ ਹੈ ਕਿ ਮੈਂ ਤੇ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਸਥਾਪਿਤ ਕਰਨਾ ਚਾਹੁੰਦਾ ਸੀਗਾ। ਵਡਿਆਈ ਭਾਈ ਸਭ ਕੂੜ ਹੈ, ਸਭ ਭੁੱਖ ਹੈ, ਇਹ ਮਾਰੇਗੀ। ਜੇ ਇਹ ਹੈ ਕਿ ਨਿਸ਼ਚਾ ਵੱਡਾ ਆ, ਤੇ ਵੱਡਾ ਨਿਸ਼ਚਾ ਇਹ ਹੈ ਵੀ ਕੋਈ ਜਾਣੇ ਨਾ ਜਾਣੇ, ਮੇਰਾ ਕਰਤਾਰ ਜਾਣਦਾ ਆ, ਮੈਂ ਆਪਣੇ ਅਮਲ ਅਮਾਲ ਨੂੰ ਸਿੱਧੇ ਤੌਰ 'ਤੇ ਉਹਦੇ ਨਾਲ ਐਸੋਸੀਏਟ ਕੀਤਾ ਆ। ਇਹੀ ਗੁਰੂ ਸਾਹਿਬ ਨੇ ਸਿਖਾਇਆ, ਭਗਤਾਂ ਨੇ ਸਿਖਾਇਆ, ਸਾਡੇ ਪੁਰਖਿਆਂ ਨੇ ਇਸ ਰੂਪ ਵਿੱਚ ਕੀਤਾ। ਸਥਾਪਤੀ ਜਿਹੜੀ ਐਸਟੈਬਲਿਸ਼ਮੈਂਟ ਜਿਹੜੀ ਹੈ, ਇਹ ਕਈ ਵਾਰ ਸਟਰਗਲ ਤੁਹਾਡੀ ਬੜੀ ਡਾਢੀ ਹੁੰਦੀ ਹੈ, ਤੇ ਜਿਹਦੇ 'ਚ ਜਿਹੜੀ ਘਬਰਾਹਟ ਆ, ਇਹੀ ਸਾਡੀ ਸਭ ਤੋਂ ਵੱਡੀ ਐਨਮੀ ਹੁੰਦੀ ਹੈ। ਗੁਰੂ ਮਹਾਰਾਜ ਨੇ ਇੱਥੇ ਬਿਆਨ ਕੀਤਾ, ਮਹਾਰਾਜ ਕਹਿੰਦੇ ਜਦੋਂ ਤਰਸ ਕਰ ਦਿੰਦਾ ਉਹ ਸਾਨੂੰ ਗੁਣਾਂ ਨਾਲ, ਸਾਨੂੰ ਆਪਣੇ ਨਾਲ ਜੋੜ ਲੈਂਦਾ। ਜਿਹੜੇ ਆਪਣੇ ਨਾਲ ਜੁੜ ਗਏ ਉਹਨਾਂ ਦੇ ਜੀਵਨ ਵਿੱਚੋਂ ਡਰ ਲੈ ਗਿਆ, ਘਬਰਾਹਟ ਲੈ ਗਈ, ਹੰਕਾਰ ਲੈ ਗਿਆ, ਜੀਵਨ ਦੇ ਔਗਣ ਵਕਾਰ ਸਭ ਦੂਰ ਚਲੇ ਗਏ। ਇੱਥੇ ਕਿਹਾ ਨਾਨਕ ਹਰੇ ਆਪੇ ਜੋੜ ਵਿਛੋੜੇ, ਜੋੜਿਆ ਨੇ ਆਪਣੇ ਨਾਲ, ਵਿਛੋੜ ਦਿੱਤਾ ਉਹਨਾਂ ਸਭ ਅਲਾਮਤਾਂ ਨੂੰ, ਹਰ ਬਿਨ ਕੋ ਦੂਜਾ ਨਾ। ਤੇ ਸਮਝ ਆ ਗਈ ਉਹਦੇ ਤੋਂ ਬਿਨਾਂ ਜ਼ਿੰਦਗੀ ਦੀ ਚੜ੍ਹਦੀ ਕਲਾ ਦਾ ਕੋਈ ਹੋਰ ਸੋਰਸ ਨਹੀਂਗਾ, ਖੁਸ਼ਨੁਮਾ ਅਹਿਸਾਸਾਂ ਦਾ ਕੋਈ ਹੋਰ ਸੋਰਸ ਨਹੀਂਗਾ, ਜੀਵਨ ਦੀਆਂ ਖੁਸ਼ੀਆਂ ਨੂੰ ਜੀਣ ਮਾਨਣ ਤੇ ਪ੍ਰਾਪਤ ਕਰਨ ਦਾ ਕੋਈ ਸੋਰਸ ਨਹੀਂਗਾ। ਬਿਲਕੁਲ ਅੰਤਰੀ ਲਾਈਨ ਹੈ, ਸਾਜਨ ਆਏ ਉੱਠੇ ਕਰਮਾਹੀ। ਇਸ ਤਰੀਕੇ ਦੇ ਨਾਲ ਮੇਰੀ ਸੁਰਤ ਵਿੱਚ, ਮੇਰੀ ਸੁਰਤਿਆਪਤਾ ਦੇ ਵਿੱਚ ਮੇਰੇ ਅਸਲ ਜਿਹੜੇ ਸਜਨ ਸੀਗੇ ਉਹ ਆ ਕੇ ਉੱਠ ਗਏ, ਉਹ ਆ ਕੇ ਬਿਰਾਜ ਗਏ, ਉਹਨਾਂ ਦੀ ਆਮਦ ਹੋ ਗਈ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਅਲਾਹੀ ਅਗੰਮੀ ਵਾਕਿਆਂ 'ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕਮਿੰਤੀਆਂ ਨਾਲ ਖਿਮਾ ਚਾਹਾਂਗਾ। ਜਿਵੇਂ ਮੈਂ ਪਹਿਲਾਂ ਹੀ ਬਾਤ ਕੀਤੀ, ਕਿਰਸਾਨੀ ਸੰਘਰਸ਼ ਚੱਲ ਰਿਹਾ ਹੈ, ਨੋ ਡਾਊਟ ਆਪ ਸਭ ਦੀਆਂ ਅਸੀਸਾਂ ਦੁਆਵਾਂ ਉਹਨਾਂ ਵੀਰਾਂ ਭੈਣਾਂ ਭਰਾਵਾਂ ਦੇ ਨਾਲ ਨੇ। ਪਰ ਉਹਦੇ ਨਾਲ ਹੀ ਜਿੱਥੋਂ ਤੱਕ ਸੁਨੇਹਾ ਪਹੁੰਚਦਾ ਆ, ਜਿਵੇਂ ਪਹਿਲਾਂ ਹੀ ਬਾਤ ਸਾਰੀ ਕਥਾ ਵਿੱਚ ਕੀਤੀ ਹੈ, ਪੇਸ਼ੈਂਸ। ਦੂਸਰੇ ਨੰਬਰ ਦੇ ਉੱਤੇ ਆਪਣੇ ਆਪ ਨੂੰ ਸੰਭਾਲਣਾ। ਇਹ ਸਟੈਬਲਿਸ਼ਮੈਂਟ ਬੜੇ ਤਰ੍ਹਾਂ ਦੀਆਂ ਚਾਲਾਂ ਚੱਲਦੀ ਹੈ, ਬਹੁਤ ਕੁਝ ਕਰਦੀ ਹੈ, ਤੇ ਸਾਰੇ ਹੀ ਰੰਗ ਅਸੀਂ ਵੇਖ ਵੀ ਰਹੇ ਹਾਂ। ਇਹਦੇ 'ਚ ਇਹ ਹੈ ਕਿ ਆਪਣੇ ਆਪ ਨੂੰ ਮਿਟਾ ਦੇਣਾ, ਆਪਣੇ ਆਪ ਨੂੰ ਉਸ ਲੈਵਲ 'ਤੇ ਹਰ ਤਰ੍ਹਾਂ ਦਾ, ਕਿਉਂਕਿ ਜਦੋਂ ਪਰਿਵਾਰ ਵਿੱਚ ਹੈਗੇ ਆ ਉਸ ਤਰੀਕੇ ਨਾਲ ਕੋਈ ਜਥੇਬੰਦ ਹੋ ਕੇ ਕਿਸੇ ਕਾਰਜ ਨੂੰ ਕਰ ਰਹੇ ਹਾਂ, ਫਿਰ ਬਹੁਤ ਕੁਝ ਸਹਿਣਾ, ਬਹੁਤ ਕੁਝ ਸਹਿ ਕੇ ਇੱਕ ਵੱਡੇ ਮੁਰਾਤਬੇ ਨੂੰ, ਵੱਡੀ ਪ੍ਰਾਪਤੀ ਵਾਸਤੇ ਉਸ ਪਾਸੇ ਜਿਹੜਾ ਹੈਗਾ ਜਾਣਾ ਹੈਗਾ। ਮਹਾਰਾਜ ਬਖਸ਼ਿਸ਼ ਕਰਨ, ਸਾਡੇ ਸਭ ਦੀ ਅਰਦਾਸ ਉਸ ਰੰਗ ਨੂੰ ਪੂਰਿਆ ਕਰੇ ਜਿਸ ਰੰਗ ਵਾਸਤੇ ਇਹ ਸਾਰੀ ਜੱਦੋਜਹਿਦ ਹੋ ਰਹੀ ਹੈ। ਨਾਲ ਹੀ ਕਰੋਨਾ ਵਾਇਰਸ ਤੋਂ ਸਾਰੀ ਕਾਇਨਾਤ ਉਹਦਾ ਭਲਾ ਹੋਏ, ਉਹਨੂੰ ਜਿਹੜੀ ਹੈ ਸ਼ਫਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।